ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਦੀ ਆਪ ਦੀ ਸਰਵਣ ਕਰ ਰਹੇ ਹੋ। ਰਾਗ ਬਿਲਾਵਲ ਵਿੱਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨਾਂ ਦੀ ਕਥਾ ਚੱਲ ਰਹੀ ਹੈ। ਪੜਤਾਲ ਦੇ ਸ਼ਬਦ ਨੇ, ਇੱਕ ਸ਼ਬਦ ਪਿੱਛੇ ਆਪ ਜੀ ਨੇ ਸਰਵਣ ਕਰ ਲਿਆ ਪੜਤਾਲ ਦਾ। ਪੜਤਾਲ ਦਾ ਮਤਲਬ ਹੁੰਦਾ ਹੈ ਕਿ ਜਿਵੇਂ ਤਾਲ ਤਬਦੀਲ ਹੁੰਦਾ ਚਲਿਆ ਜਾਣਾ, ਕਿ ਜਿਸ ਤਾਲ ਦੇ ਵਿੱਚ ਆਰੰਭਤਾ ਹੋਈ ਹੈ ਕੀਰਤਨ ਦੀ, ਉਹ ਤਾਲ ਨਾਲ ਨਾਲ ਹੀ ਸਥਾਈ ਅੰਤਰੇ ਦੇ ਤਬਦੀਲ ਹੁੰਦੀ ਚਲੀ ਜਾਣਾ, ਉਹਨੂੰ ਪੜਤਾਲ ਕਹਿੰਦੇ ਹਨ। ਬੜੀ ਸੁੰਦਰ ਪੜਤਾਲ ਗਾਇਨ ਕਰਨ ਵਾਲੇ ਬਹੁਤ ਸਾਰੇ ਪਿਆਰੇ ਰਾਗੀ ਹਨ ਜਿਹੜੇ ਅਭਿਆਸੀ ਨੇ ਰਾਗ ਵਿਦਿਆ ਦੇ, ਜੋ ਪੜਤਾਲਾਂ ਗਾਇਨ ਕਰਦੇ ਨੇ। ਤੋ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਇਹ ਬਚਨ ਉਚਾਰਨ ਕਰ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਰਸਨਾ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਮੋਰੀ ਅਹੰ ਜਾਏ ਦਰਸ਼ਨ ਪਾਵਤ ਹੈ। ਰਾਗ ਬਿਲਾਵਲ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਨੇ। ਹੇ ਪ੍ਰਭੂ, ਮੇਰਾ ਹੰਕਾਰ ਚਲਾ ਜਾਏ, ਮੇਰੀ ਅਹੰਗ, ਅਹੰਗ ਦਾ ਮਤਲਬ ਹੁੰਦਾ ਹੰਕਾਰ ਵਾਲੀ ਬਿਰਤੀ ਇਹ ਚਲੀ ਜਾਵੇ ਤੇ ਮੈਂ ਤੇਰੇ ਦਰਸ਼ਨ ਪ੍ਰਾਪਤ ਕਰ ਲਵਾਂ। ਕਿਉਂਕਿ ਇਹ ਹੰਕਾਰ ਹੈ ਜਿਹੜਾ ਤੇਰੇ ਦਰਸ਼ਨ ਕਰਨ ਨਹੀਂ ਦਿੰਦਾ। ਜਦੋਂ ਤੱਕ ਇਹ ਹੰਕਾਰ ਦਾ ਪੜਦਾ ਹੈ ਉਦੋਂ ਤੱਕ ਤੂੰ ਸਾਹਮਣੇ ਖੜਾ ਵੀ ਨਜ਼ਰ ਨਹੀਂ ਆਉਂਦਾ। ਹੇ ਪ੍ਰਭੂ, ਕਿਰਪਾ ਕਰੋ ਮੇਰੇ ਅੰਦਰੋਂ ਇਹ ਹੰਕਾਰ ਚਲਾ ਜਾਏ, ਮੇਰੀ ਅਹੰਗ ਚਲੀ ਜਾਏ। ਮਹਾਰਾਜ ਤੁਹਾਡੇ ਸੋਹਣੇ ਦਰਸ਼ਨ, ਪਵਿੱਤਰ ਦਰਸ਼ਨ, ਉਹਨਾਂ ਨੂੰ ਮੈਂ ਪ੍ਰਾਪਤ ਕਰ ਲਵਾਂ। ਤੁਹਾਡੇ ਦਰਸ਼ਨ ਪ੍ਰਾਪਤ ਕਰਦਿਆਂ ਹੀ ਮੇਰੇ ਅੰਦਰੋਂ ਮੇਰੀ ਸਾਰੀ ਮੈਂ ਖਤਮ ਹੋ ਜਾਏ, ਮੇਰਾ ਹੰਕਾਰ ਚਲਾ ਜਾਏ ਔਰ ਤੁਹਾਡੇ ਦਰਸ਼ਨਾਂ ਦਾ ਹੀ ਮੈਂ ਮੁੱਲ ਖਰੀਦਿਆ ਹੋਇਆ ਲਾਲਾ ਗੋਲਾ ਹੋ ਜਾਵਾਂ। ਰਚੋ ਨਾਥ ਹੀ ਸਹਾਈ ਸੰਤਨਾ। ਮਹਾਰਾਜ ਜੀ, ਤੁਸੀਂ ਆਪਣੇ ਸੰਤ ਜਨਾਂ ਦੇ ਸਹਾਈ ਹੋ ਤੇ ਹੇ ਨਾਥ, ਮੈਂ ਤੁਹਾਡੇ ਪ੍ਰੇਮ ਦੇ ਰੰਗ ਵਿੱਚ ਰਚ ਜਾਵਾਂ, ਤੁਹਾਡੇ ਨਾਮ ਦੇ ਰੰਗ ਵਿੱਚ ਰਚ ਜਾਵਾਂ। ਜਾਂ ਇਸ ਤਰ੍ਹਾਂ ਕਹਿ ਲਈਏ, ਮਹਾਰਾਜ ਜਿਨ੍ਹਾਂ ਸੰਤਾਂ ਦੇ ਤੁਸੀਂ ਸਹਾਈ ਹੋ, ਮੈਂ ਉਹਨਾਂ ਦੀ ਸੰਗਤ ਵਿੱਚ ਰਚ ਜਾਵਾਂ। ਸਤਿਪੁਰਸ਼ਾਂ ਦੀ ਸੰਗਤ, ਸਾਧੂ ਜਨਾਂ ਦੀ ਸੰਗਤ, ਉਹਨਾਂ ਦੀ ਸੰਗਤ ਦੇ ਰੰਗ ਵਿੱਚ ਰਚ ਜਾਵਾਂ। ਹੇ ਮਹਾਰਾਜ, ਜਿਨ੍ਹਾਂ ਸੰਤਾਂ ਦੀ ਤੁਸੀਂ ਸਹਾਇਤਾ ਕਰਦੇ ਹੋ। ਇੱਕ ਮਹਾਤਮਾ ਕਹਿਣ ਲੱਗੇ, ਅਗਰ ਸੰਤ ਨਾ ਹੁੰਦੇ ਤੇ ਸੰਸਾਰ ਨੂੰ ਸਿੱਖਿਆ ਕੌਣ ਦਿੰਦਾ? ਸੰਤ ਸੰਸਾਰ ਨੂੰ ਸਿੱਖਿਆ ਦਿੰਦੇ ਹਨ। ਤੇ ਅੱਗੋਂ ਇੱਕ ਗ੍ਰਸਤੀ ਮਹਾਤਮਾ ਸੀ, ਉਹ ਕਹਿਣ ਲੱਗਾ, ਜੇ ਗ੍ਰਸਤੀ ਨਾ ਹੁੰਦੇ ਤੇ ਸੰਤ ਨੂੰ ਭਿਕਸ਼ਾ ਕੌਣ ਦਿੰਦਾ? ਸੰਤ ਕਹਿੰਦੇ, ਜੇ ਸੰਤ ਨਾ ਹੁੰਦੇ ਤੇ ਸੰਸਾਰ ਨੂੰ ਸਿੱਖਿਆ ਕੌਣ ਦਿੰਦਾ? ਇੱਕ ਗ੍ਰਸਤੀ ਸਾਧੂ ਸੀ, ਉਹ ਕਹਿਣ ਲੱਗਾ, ਜੇ ਗ੍ਰਸਤੀ ਨਾ ਹੁੰਦੇ ਤੇ ਸੰਤ ਨੂੰ ਭਿਕਸ਼ਾ ਕੌਣ ਦਿੰਦਾ? ਸੰਤ ਦੀ ਦਿੱਤੀ ਹੋਈ ਸਿੱਖਿਆ ਨਾਲ ਪਰਲੋਕ ਸਵਰ ਜਾਂਦਾ ਹੈ ਔਰ ਇੱਕ ਗ੍ਰਸਤੀ ਦੀ ਦਿੱਤੀ ਹੋਈ ਭਿਕਸ਼ਾ ਨਾਲ ਇਹ ਲੋਕ ਸਵਰ ਜਾਂਦਾ ਹੈ। ਯਾਨੀ ਕਿ ਇਸ ਲੋਕ ਵਿੱਚ ਜੀਵਨ ਲਈ ਭਿਕਸ਼ਾ ਚਾਹੀਦੀ ਹੈ, ਅੰਨ ਪਾਣੀ ਦਾ ਚਾਹੀਦਾ ਨਾ। यानी कि दोनों एक दूसरे के पूरक हैं। तो रब परमेश्वर जरूरी नहीं कि संत ही जेड़ा शादी ना करावे वो संत हुंदा है। एक गृहस्थी भी संत है। तो गृहस्थी नूं भी सतगुरु जी ने उत्तम पदवी दिती, गुरु नानक साहब ने। इस करके जेड़ा घर बार दा त्यागी हो जाए वही संत नहीं है। हो सकते ने वो भी संत हुंदे है, पर जरूरी नहीं वही होवेगा। गुरु नानक साहब दे घर विच गृहस्थी ने ब्रह्म ज्ञानी धन बाबा बुढ़ा साहब जी, वो भी संत ने।
ਭਾਈ ਬੈਲੋ ਜੀ ਵਰਗੇ, ਭਾਈ ਭਗਤੂ ਜੀ ਵਰਗੇ ਮਹਾਂਪੁਰਸ਼ ਉਹ ਵੀ ਸੰਤ ਨੇ। ਤੋ ਗਰੀਬ ਨਵਾਜ਼ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਇਹੋ ਜਿਹੇ ਸੰਤ ਜਨ ਜਿਨ੍ਹਾਂ ਦੀ ਤੁਸੀਂ ਸਹਾਇਤਾ ਕਰਦੇ ਹੋ, ਮਹਾਰਾਜ ਅਸੀਂ ਉਹਨਾਂ ਦੀ ਸੰਗਤ ਕਰੀਏ, ਉਹਨਾਂ ਦੀ ਸੰਗਤ ਦੇ ਰੰਗ ਵਿੱਚ ਰੰਗੇ ਜਾਈਏ। ਅਬ ਚਰਨ ਗਹੇ ਮਹਾਰਾਜ ਜੀ ਹੁਣ ਅਸੀਂ ਤੁਹਾਡੇ ਚਰਨ ਗ੍ਰਹਿਣ ਕਰ ਲਏ ਆ, ਪਕੜ ਲਏ ਆ। ਅਬ ਚਰਨ ਗਹੇ ਮਹਾਰਾਜ ਤੁਹਾਡੇ ਚਰਨ ਉਹ ਅਸੀਂ ਪਕੜ ਲਏ ਨੇ, ਗ੍ਰਹਿਣ ਕਰ ਲਏ ਹਨ। ਰਹਾਉ ਆਹੇ ਮਨ ਆਵਰ ਨਾ ਭਾਵੈ, ਚਰਨਾਵੈ ਉਲਝਿਓ ਮਲ ਮਕਰੰਦ ਸਿਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਹਾਰਾਜ ਹੁਣ ਮੈਨੂੰ ਹੋਰ ਕੁਝ ਨਹੀਂ ਭਾਉਂਦਾ। ਚਰਨਾਵੈ ਚਰਨਾਵੈ ਉਲਝਿਓ ਅਲ ਮਕਰੰਦ ਕਮਲ ਜਿਉ। ਮਹਾਰਾਜ ਤੁਹਾਡੇ ਚਰਨਾਂ ਤੋਂ ਬਿਨਾਂ ਮੈਨੂੰ ਹੋਰ ਨਹੀਂ ਜੇ ਕੁਝ ਭਾਉਂਦਾ। ਹੁਣ ਮਹਾਰਾਜ ਮੈਂ ਪੁਕਾਰ ਪੁਕਾਰ ਕੇ ਕਹਿਣਾ ਮੇਰਾ ਮਨ ਤੁਹਾਡੇ ਚਰਨਾਂ ਵਿੱਚ ਇਉਂ ਲੱਗਾ ਹੋਇਆ ਜਿਵੇਂ ਕਿਸੇ ਕਮਲ ਦੇ ਫੁੱਲ ਦੇ ਉੱਤੇ ਉਹਦੇ ਮਕਰੰਦ ਨੂੰ ਮਾਣਨ ਵਾਸਤੇ ਉਹਦਾ ਭਵਰਾ ਉਹਦੇ ਤੇ ਮੰਡਰਾਉਂਦਾ ਰਹਿੰਦਾ। ਅਲ ਨਾਮ ਹੁੰਦਾ ਭਵਰੇ ਦਾ, ਤੇ ਕਮਲ ਦੇ ਫੁੱਲ ਦੇ ਉੱਤੇ ਜਿਹੜਾ ਮਕਰੰਦ ਹੁੰਦਾ ਜਿਹਨੂੰ ਪਰਾਗ ਕਹਿੰਦੇ ਆ, ਭਵਰਾ ਜਿਵੇਂ ਉਹਦਾ ਰਸ ਲੈਂਦਾ ਨਾ ਉਹਦੇ ਤੇ ਮੰਡਰਾਉਂਦਾ, ਉਹਨੂੰ ਛੱਡਦਾ ਨਹੀਂ। ਮਹਾਰਾਜ ਮੇਰਾ ਮਨ ਵੀ ਤੁਹਾਡੇ ਚਰਨਾਂ ਦੇ ਰੰਗ ਵਿੱਚ ਰੰਗਿਆ ਹੋਇਆ, ਇਹਨੂੰ ਤੁਹਾਡੇ ਚਰਨਾਂ ਦੀ ਮੌਜ ਤੋਂ ਬਿਨਾਂ ਕੁਝ ਹੋਰ ਚਾਹੀਦਾ ਹੀ ਨਹੀਂ, ਇਹਨੂੰ ਕੁਝ ਹੋਰ ਭਾਉਂਦਾ ਹੀ ਨਹੀਂ, ਚੰਗਾ ਹੀ ਨਹੀਂ ਲੱਗਦਾ। ਉਹ ਕਹਿੰਦਾ ਮੈਨੂੰ ਮੇਰੇ ਮਾਲਕ ਦੇ ਚਰਨ ਹੀ ਭਾਉਂਦੇ ਹਨ, ਮੇਰੇ ਸਾਹਿਬ ਦੇ ਚਰਨਾਂ ਤੋਂ ਬਿਨਾਂ ਮੈਨੂੰ ਹੋਰ ਕੁਝ ਨਹੀਂ ਭਾਉਂਦਾ। ਅਨ ਰਸ ਨਹੀਂ ਚਾਹੈ ਇੱਕ ਹਰ ਲਾਹੈ। ਉਹਨੂੰ ਕੋਈ ਹੋਰ ਰਸ ਨਹੀਂ ਚਾਹੀਦਾ, ਹੋਰ ਰਸਾਂ ਦੇ ਵਿੱਚ ਉਹ ਨਹੀਂ ਉਲਝਦਾ। ਉਹਨੂੰ ਕੇਵਲ ਤਾਂ ਕੇਵਲ ਇੱਕੋ ਨਾਮ ਦਾ ਲਾਹਾ ਚਾਹੀਦਾ, ਔਰ ਉਸੇ ਨਾਮ ਦੇ ਲਾਹੇ ਨੂੰ ਉਹ ਪ੍ਰਾਪਤ ਕਰਦਾ। ਹਾਂਜੀ। ਅਨ ਤੇ ਟੁੱਟੀਐ ਰਿਖ ਤੇ ਛੁੱਟੀਐ। ਕਹਿੰਦੇ ਭਾਈ ਜਿਹੜਾ ਨਾਮ ਰਸ ਲੈਂਦਾ ਨਾ ਉਹ ਬਾਕੀ ਹੋਰ ਸਾਰੇ ਸੰਸਾਰ ਦੇ ਰਸਾਂ ਤੋਂ ਟੁੱਟ ਜਾਂਦਾ ਹੈ। ਰਿਖ ਤੇ ਛੂਟੀ ਆ, ਰਿਖ ਨਾਮ ਹੁੰਦਾ ਇੰਦਰੀਆਂ ਦਾ, ਉਹ ਇੰਦਰੀਆਂ ਦੇ ਬੰਧਨ ਤੋਂ ਸੁਤੰਤਰ ਹੋ ਜਾਂਦਾ, ਯਾਨੀ ਕਿ ਉਹਦੀਆਂ ਅੱਖਾਂ, ਉਹਦੇ ਕੰਨ, ਸਾਰੇ ਜਿੰਨੇ ਸਰੀਰ ਦੇ ਇੰਦਰੇ ਨੇ ਇਹ ਸਾਰੇ ਇੰਦਰੇ ਉਹਦੇ ਵੱਸ ਵਿੱਚ ਆ ਜਾਂਦੇ ਨੇ। ਉਹ ਇੰਦਰੀਆਂ ਦੇ ਉਲਝੇਵੇਂ ਵਿੱਚ ਉਲਝ ਕੇ ਇਹਨਾਂ ਦੇ ਵਹਿਣ 'ਚ ਨਹੀਂ ਬਹਿੰਦਾ। ਰਿਖ ਨਾਮ ਹੁੰਦਾ ਇੰਦਰੀਆਂ ਦਾ, ਉਹ ਇੰਦਰੀਆਂ ਦੇ ਬੰਧਨਾਂ ਤੋਂ ਵੀ ਰਹਿਤ ਹੋ ਜਾਂਦਾ, ਛੁੱਟ ਜਾਂਦਾ ਹੈ। ਮਨ ਹਰ ਰਸ ਘੁੱਟੀਐ ਸੰਗ ਸਾਧੂ ਉਲਟੀਐ। ਕਹਿੰਦੇ ਭਾਈ ਜਿਹੜੇ ਸਾਧੂ ਜਨਾਂ ਦੀ ਸੰਗਤ ਕਰਦੇ ਆ ਉਹ ਸੰਸਾਰ ਵੱਲੋਂ ਉਲਟ ਹੋ ਜਾਂਦੇ, ਉਪਰਾਮ ਹੋ ਜਾਂਦੇ, ਔਰ ਉਹਨਾਂ ਦਾ ਮਨ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਰਸ ਨੂੰ ਆਪਣੇ ਹਿਰਦੇ 'ਚ ਘੁੱਟਦੇ ਹੈ, ਯਾਨੀ ਕਿ ਨਾਮ ਦੀਆਂ ਰਸ ਦੀਆਂ ਘੁੱਟਾਂ ਨੇ ਜਿਹੜੀਆਂ ਉਹ ਆਪਣੇ ਅੰਦਰ ਭਰਦੇ ਰਹਿੰਦੇ ਆ। ਵਾਹਿਗੁਰੂ। ਮਹਾਂਪੁਰਸ਼ ਕਹਿੰਦੇ ਨਾਮ ਏਦਾਂ ਜਪੋ ਕਿ ਤੁਹਾਨੂੰ ਇਉਂ ਪ੍ਰਤੀਤ ਹੋਵੇ ਵੀ ਇੱਕ ਵਾਰੀ ਵਾਹਿਗੁਰੂ ਕਹਿ ਕੇ ਤੁਸੀਂ ਅੰਮ੍ਰਿਤ ਦੀ ਘੁੱਟ ਹੈ ਜਿਹੜੀ ਆਪਣੇ ਅੰਤਰਾਤਮੇ ਪੀਤੀ ਹੈ। ਜਿਵੇਂ ਘੁੱਟਾਂ ਭਰੀ ਦੀਆਂ ਨੇ ਨਾ, ਕਹਿੰਦੇ ਘੁੱਟਾਂ ਭਰ ਭਰ ਕੇ ਨਾਮ ਜਪੋ। ਨਾਮ ਦੀ ਕਮਾਈ ਕਰਨ ਵੇਲੇ ਇਉਂ ਪ੍ਰਤੀਤ ਹੋਵੇ ਵੀ ਤੁਸੀਂ ਘੁੱਟ ਭਰ ਰਹੇ ਹੋ ਅੰਦਰ, ਨਾਮ ਦੀ ਘੁੱਟ। ਮਨ ਹਰ ਰਸ ਘੂਟੀ ਹੈ, ਇਹ ਹਰੀ ਦਾ ਨਾਮ ਰਸ ਹੈ, ਇਹਦੀਆਂ ਘੁੱਟਾਂ ਆਪਣੇ ਹਿਰਦੇ 'ਚ ਸਾਧੂ ਜਨ ਮਾਣਦੇ ਹਨ। ਅਨ ਨਾਹੀ ਨਾਹੀ ਰੇ। ਉਹਨਾਂ ਨੂੰ ਹੋਰ ਨਹੀਂ ਜੇ ਕੁਝ ਭਾਉਂਦਾ, ਹੋਰ ਨਹੀਂ ਜੇ ਕੁਝ ਚੰਗਾ ਲੱਗਦਾ। ਨਾਨਕ ਪ੍ਰੀਤ ਚਰਨ ਹੈ। ਨਾਨਕ ਪ੍ਰੀਤ ਚਰਨ ਚਰਨ ਹੈ। ਉਹਨਾਂ ਦੀ ਵਾਹਿਗੁਰੂ ਪਰਮੇਸ਼ਰ ਦੇ ਚਰਨ ਕਮਲਾਂ ਦੇ ਨਾਲ ਹੀ ਪ੍ਰੀਤ ਹੈ, ਨਿਰੰਕਾਰ ਦੇ ਨਾਮ ਨਾਲ ਹੀ ਉਹ ਪ੍ਰੀਤ ਕਰਦੇ ਹਨ। ਰਾਗ ਬਿਲਾਵਲ ਮਹੱਲਾ ਨੌਵਾਂ ਦੋਪਦੇ।
ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਬਿਲਾਵਲ ਹੈ। ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਬਾਣੀ ਪ੍ਰਾਰੰਭ ਹੋ ਰਹੀ ਹੈ। ਮਹੱਲਾ ਨਾਵਾਂ। ਨੌਵੇਂ ਪਾਤਸ਼ਾਹ ਦੋ ਪਦਿਆਂ ਵਾਲੇ ਸ਼ਬਦ ਨੇ ਨੌਵੇਂ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ। ਨੌਵੇਂ ਗੁਰਦੇਵ ਦੀ ਪਾਵਨ ਬਾਣੀ ਆਰੰਭ ਹੋ ਰਹੀ ਹੈ ਰਾਗ ਬਿਲਾਵਲ ਚ, ਇਸ ਕਰਕੇ ਮੰਗਲ ਆਚਰਨ ਕਰਦੇ ਨੇ। ਇੱਕ ਅਦੁੱਤੀ, ਜਿਸ ਵਰਗਾ ਕੋਈ ਦੂਜਾ ਨਹੀਂ। ਓੰਕਾਰ, ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ, ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਉਸ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਦੁਖ ਹਰਤਾ ਹਰ ਨਾਮ ਪਛਾਨੋ। ਇਹ ਭਾਈ ਹਰੀ ਪਰਮੇਸ਼ਰ ਦਾ ਨਾਮ ਸਾਡੇ ਦੁੱਖਾਂ ਨੂੰ ਹਰਨ ਵਾਲਾ, ਇਹ ਪਛਾਣੋ। ਨੌਵੇਂ ਪਾਤਸ਼ਾਹ ਕਹਿੰਦੇ ਦੁਖੀ ਨੇ ਸੰਸਾਰ ਦੇ ਲੋਕ, ਤੇ ਦੁੱਖ ਨੂੰ ਹਰਨ ਵਾਸਤੇ, ਦੁੱਖ ਦੀ ਨਿਰਵਿਰਤੀ ਵਾਸਤੇ ਹਰੀ ਦਾ ਨਾਮ ਹੈ, ਇਹ ਪਛਾਣੋ। ਵਾਹਿਗੁਰੂ ਵਾਹਿਗੁਰੂ ਇਹ ਨਾਮ ਹੈ ਜਿਹੜਾ ਦੁੱਖ ਹਰ ਲੈਂਦਾ ਹੈ, ਦੁੱਖਾਂ ਦੀ ਨਿਰਵਿਰਤੀ ਕਰਦਾ ਹੈ। ਖਾਲਸਾ ਜੀ, ਨਾਮ ਜਪ ਕੇ, ਨਾਮ ਦੀ ਕਮਾਈ ਕਰਕੇ ਧਰਮ ਦੇ ਤੱਤਵ ਦੀ ਸਮਝ ਪੈਂਦੀ ਹੈ ਵੀ ਧਰਮ ਕੀ ਹੈ। ਤੇ ਜੇ ਕੋਈ ਕਹੇ ਵੀ ਤਰਕ ਕਰੀਏ ਤੇ ਤਰਕ ਨਾਲ ਹੀ ਕੁਝ ਮਾੜਾ ਮੋਟਾ ਪੜ੍ਹਨ ਤੋਂ ਬਾਅਦ ਤਰਕ ਕਰੀ ਜਾਈਏ ਤੇ ਤਰਕ ਨਾਲ ਬਹੁਤ ਕੁਝ ਮਿਲਦਾ ਹੈ, ਤੇ ਤਰਕ ਨਾਲ ਧਰਮ ਦੀ ਸਮਝ ਨਹੀਂ ਪੈਂਦੀ। ਇਹ ਗੱਲਾਂ ਦੋਵੇਂ ਸਮਝਣ ਵਾਲੀਆਂ ਨੇ। ਧਰਮ ਦੇ ਤੱਤ ਨੂੰ ਬੁੱਝਣ ਵਾਸਤੇ ਸਾਧਨਾ ਚਾਹੀਦੀ ਹੈ, ਨਾ ਕਿ ਤਰਕ ਚਾਹੀਦਾ। ਇੱਕ ਨਵਾਂ ਮੁੰਡਾ ਪੜ੍ਹਿਆ ਬੜਾ, ਪੜ੍ਹ ਕੇ ਕਿਤਾਬਾਂ ਤੇ ਘਰ ਆਇਆ। ਮਾਂ ਨੂੰ ਬੜੀ ਖੁਸ਼ੀ ਹੋਈ ਵੀ ਮੇਰਾ ਪੁੱਤ ਪੜ੍ਹ ਕੇ ਆਇਆ ਹੈ। ਬੜੀ ਰੀਝ ਵੀ ਮੇਰਾ ਪੁੱਤ ਪੜ੍ਹ ਲਿਖ ਕੇ ਵਿਦਵਾਨ ਬਣ ਕੇ ਆ ਗਿਆ। ਕਹਿਣ ਲੱਗੀ ਬਹਿ ਜਾ ਪੁੱਤ। ਇੱਕ ਪਲੇਟ ਦੇ ਵਿੱਚ 2 ਲੱਡੂ ਰੱਖ ਕੇ ਲਿਆਈ ਵੀ ਪੁੱਤ ਦਾ ਮੂੰਹ ਮਿੱਠਾ ਕਰਾਵਾਂ, ਇਹਨੂੰ ਖਵਾਵਾਂ। ਲੱਡੂ ਸਾਹਮਣੇ ਰੱਖੇ ਤੇ ਬੇਟਾ ਉਹਦਾ ਕਹਿਣ ਲੱਗਾ ਮਾਂ ਤੂੰ ਜਾਣਦੀ ਆ ਵੀ ਇਹ ਜਿਹੜੀ ਮੈਂ ਵਿਦਿਆ ਪੜ੍ਹੀ ਹੈ ਵੀ ਇਹਦਾ ਕੀ ਫਲ ਹੈ? ਉਹ ਕਹਿਣ ਲੱਗੀ ਨਹੀਂ। ਕਹਿਣ ਲੱਗਾ ਵੀ ਜੋ ਨਹੀਂ ਹੈ ਮੈਂ ਆਪਣੀ ਤਰਕ ਵਿਦਿਆ ਨਾਲ ਉਹਨੂੰ ਸਾਬਤ ਕਰ ਸਕਦਾ ਵੀ ਹੈ, ਔਰ ਜੋ ਹੈ ਉਹ ਆਪਣੀ ਤਰਕ ਦੀ ਵਿਦਿਆ ਦੇ ਨਾਲ ਮੈਂ ਸਾਬਤ ਕਰ ਸਕਦਾ ਵੀ ਨਹੀਂ ਹੈ। ਉਹ ਕਹਿੰਦੀ ਬੇਟਾ ਇਹ ਕਿਵੇਂ ਹੋ ਸਕਦਾ ਵੀ ਜੋ ਹੈ ਹੀ ਨਹੀਂ ਤੂੰ ਆਪਣੀ ਤਰਕ ਵਿਦਿਆ ਦੇ ਨਾਲ ਸਾਬਤ ਕਰਦੇ ਵੀ ਹੈ? ਕਹਿਣ ਲੱਗਾ ਮਾਤਾ ਮੈਂ ਹੁਣੇ ਦੱਸ ਦਿੰਨਾ। ਆ ਜਿਹੜੇ 2 ਲੱਡੂ ਪਏ ਨੇ 2 ਤੈਨੂੰ ਦਿਸਦੇ ਆ, ਮੈਂ 3 ਕਰ ਦਿਆਂਗਾ। ਮੈਂ ਸਾਬਤ ਕਰਾਂਗਾ ਵੀ 3 ਨੇ। ਉਹ ਆਖੇ ਵੀ ਜਿਹੜੇ ਹੈ ਨਹੀਂ 2 ਇਹਨਾਂ ਨੂੰ ਸਾਬਤ ਤੂੰ ਕਿਵੇਂ ਕਰੇਗਾ 3? ਕਹਿੰਦਾ ਬਸ ਇਹੀ ਤਾਂ ਮੇਰੀ ਵਿਦਿਆ ਤਰਕ ਵਾਲੀ, ਮੈਂ ਸਾਬਤ ਕਰਾਂਗਾ। ਉਹ ਕਹਿਣ ਲੱਗੀ ਚੱਲ ਫਿਰ ਕਰ ਸਾਬਤ। ਇਹਨੇ ਗਿਣਤੀ ਕੀਤੀ, ਕਹਿਣ ਲੱਗਾ ਆ 1। ਮਾਤਾ ਨੂੰ ਕਿਹਾ ਵੀ ਗਿਣ। ਕਹਿੰਦੀ ਆ 1, ਤੇ ਦੂਜੇ ਨੂੰ ਆਪ ਗਿਣ ਕੇ ਕਹਿੰਦਾ 2 ਤੇ 1, ਜਿਹੜਾ ਮਾਤਾ ਨੇ ਗਿਆ ਸੀ 1, ਆ 2 ਤੇ ਪਲੱਸ 1 3 ਹੋ ਗਏ ਮਾਤਾ। ਗਣਿਤ ਤਾਂ ਇਹੀ ਕਹੇਗਾ ਨਾ, 2 ਤੇ 1 3 ਹੀ ਹੁੰਦਾ। ਉਹ ਕਹਿਣ ਲੱਗਾ ਫਿਰ ਗਿਣ, ਹੁਣ ਇਸ ਪਾਸਿਓਂ ਗਿਣ। ਉਹ ਦੂਜੇ ਪਾਸਿਓਂ ਗਿਣ ਕੇ ਉਹ ਮਾਤਾ ਨੇ ਕਿਹਾ 1 ਤੇ ਫਿਰ ਦੂਜੇ ਨੂੰ 2 ਕਹਿ ਕੇ ਕਹਿੰਦਾ 2 ਤੇ 1 3।
3-4 ਵਾਰੀ ਗਿਣਿਆ ਗਿਆ। ਮਾਤਾ ਕਹਿੰਦੀ ਮੈਂ ਤੇਰੀ ਵਿਦਿਆ ਨੂੰ ਨਹੀਂ ਜੇ ਸਮਝਦੀ, ਮੈਂ ਹਾਂ ਅਨਪੜ੍ਹ। ਵੀ ਮੈਨੂੰ ਤਾਂ 2 ਹੀ ਦਿਸਦੇ ਆ, ਤੂੰ ਕਿਹੜੇ ਹਿਸਾਬ ਨਾਲ 3 ਕਰਦਾ ਮੈਨੂੰ ਨਹੀਂ ਪਤਾ। ਹੈਣ ਤਾਂ 2। ਉਹ ਕਹਿੰਦਾ ਨਹੀਂ ਮਾਤਾ 3 ਨੇ, ਤੇਰੇ ਸਾਹਮਣੇ ਗਿਣਤੀ ਕੀਤੀ ਹੈ ਮੈਂ, 3 ਗਿਣੇ ਨੇ ਨਾ। ਉਹਦਾ ਪਿਓ ਕੋਲ ਬੈਠਾ ਸੀ, ਉਹ ਵੇਖਦਾ ਸੀ। ਹੁਣ ਇਹ ਪੁੱਤਰ ਹੈ, ਉਹ ਪਿਓ ਹੈ, ਪਿਓ ਤਾਂ ਫਿਰ ਵੀ ਪਿਓ ਹੀ ਹੁੰਦਾ ਨਾ। ਉਸੇ ਪੁੱਤਰ ਦਾ ਪਿਓ ਸੀ। ਉਹ ਲਾਗੇ ਬੈਠਾ ਵੇਖ ਕੇ ਕਹਿਣ ਲੱਗਾ, ਕਹਿੰਦਾ ਬੇਟਾ ਤੇਰੀ ਮਾਂ ਹੈ ਅਨਪੜ੍ਹ, ਉਹਨੂੰ ਨਹੀਂ ਜੇ ਪਤਾ ਕੁਝ, ਮੈਨੂੰ 3 ਹੀ ਦਿਸਦੇ ਪਏ ਹੈ। ਉਹ ਬੜਾ ਹੈਰਾਨ ਹੋਇਆ, ਕਹਿੰਦਾ ਹਾਂ ਪੁੱਤਰ ਤੂੰ ਬਿਲਕੁਲ ਸਹੀ ਹੈ, ਮੈਨੂੰ 3 ਹੀ ਦਿਸਦੇ ਪਏ ਨੇ। ਇੱਕ ਤੇਰੀ ਮਾਂ ਲੈ ਲੇਗੀ, ਦੂਜਾ ਲੱਡੂ ਮੈਂ ਲੈ ਲਵਾਂਗਾ, ਤੀਜਾ ਜਿਹੜਾ ਤੂੰ ਗਿਣਿਆ ਉਹ ਤੂੰ ਖਾ ਲਈ, ਉਹ ਤੇਰੇ ਹਾਸਲ ਹੋ ਜਾਏਗਾ। ਕਹਿਣ ਤੋਂ ਭਾਵ ਜਿਹੜਾ ਤਰਕ ਕੀਤਾ ਜਾਂਦਾ ਨਾ, ਤਰਕ ਕੀਤਾ ਜਾਂਦਾ ਜੋ ਹੁੰਦਾ ਹੀ ਨਹੀਂ, ਜਿਹਦੇ ਕਰਨ ਤੋਂ ਬਾਅਦ ਹਾਸਲ ਕੁਝ ਵੀ ਨਹੀਂ ਹੁੰਦਾ, ਪ੍ਰਾਪਤ ਕੁਝ ਵੀ ਨਹੀਂ। ਤਰਕ ਕਰਨ ਨਾਲ ਕੁਝ ਵੀ ਹਾਸਲ ਨਹੀਂ ਹੋਣਾ, ਕੁਝ ਵੀ ਪ੍ਰਾਪਤ ਨਹੀਂ ਹੋਣਾ। ਜਦੋਂ ਤਰੱਕੀ ਕਰੀ ਜਾਣੀ ਹਰ ਗੱਲ ਦੇ ਉੱਤੇ, ਆਹ ਨਹੀਂ ਹੋਣਾ ਚਾਹੀਦਾ, ਆਹ ਨਹੀਂ ਕਰਨਾ ਚਾਹੀਦਾ, ਆਹ ਜਿਹੜੇ ਨੇ ਜੀ ਹੁਣ ਅੱਜ ਕੱਲ੍ਹ ਸਾਡੇ ਕਥਾਵਾਚਕ ਇਹੀ ਕੁਝ ਹੀ ਕਰਦੇ ਆ, ਸਟੇਜਾਂ ਤੇ ਬਹਿ ਕੇ ਆਹ ਵੀ ਨਹੀਂ ਹੈ ਜੀ, ਆਹ ਵੀ ਨਹੀਂ ਹੈ, ਆਹ ਵੀ ਨਹੀਂ ਹੈ। ਹਾਸਲ ਕੀ ਹੋਵੇਗਾ? ਉਹ ਤਰਕ ਕਿੱਥੇ ਜਾ ਕੇ ਖੜੇਗੀ? ਗੁਰੂ ਸਾਹਿਬ ਨੇ ਸਾਨੂੰ ਵਿਚਾਰ ਦਿੱਤੀ, ਵਿਵੇਕ ਦਿੱਤਾ ਹੈ। ਵਿਵੇਕ ਦਾ ਮਤਲਬ ਹੁੰਦਾ ਗ੍ਰਹਿਣ ਕੀ ਕਰਨਾ ਤੇ ਤਿਆਗਣਾ ਕੀ ਹੈ। ਤਰਕ ਸਿਰਫ ਤਿਆਗ ਸਿਖਾਉਂਦੀ ਹੈ, ਇਹ ਵੀ ਛੱਡ ਦਿਓ, ਇਹ ਵੀ ਛੱਡ ਦਿਓ, ਇਹ ਵੀ ਛੱਡ ਦਿਓ, ਗ੍ਰਹਿਣ ਕੁਝ ਵੀ ਨਹੀਂ ਕਰਾਉਂਦੀ। ਤੇ ਧਰਮ ਦਿਸਦਾ ਨਹੀਂ, ਉਹਦੇ ਤੱਤਵ ਨੂੰ ਸਮਝਣ ਲਈ ਚਾਹੀਦੀ ਆ ਨਾਮ ਦੀ ਕਮਾਈ ਤੇ ਨਾਮ ਦੀ ਸਾਧਨਾ। ਬਿਨਾਂ ਹਰੀ ਨਾਮ ਦੀ ਸਾਧਨਾ ਤੋਂ ਧਰਮ ਦੀ ਸਮਝ ਨਹੀਂ ਪੈਂਦੀ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਵਿੱਚ ਸਾਨੂੰ ਨਾਮ ਦੀ ਸਾਧਨਾ ਕਰਨ ਬਾਰੇ ਬਾਰ-ਬਾਰ ਉਪਦੇਸ਼ ਕਰਦੇ ਆ ਸਤਿਗੁਰੂ। ਇੱਥੇ ਵੀ ਕਹਿ ਰਹੇ ਨੇ ਨੌਵੇਂ ਪਾਤਸ਼ਾਹ, ਦੁਖ ਹਰਤਾ ਹਰ ਨਾਮ ਪਛਾਨੋ, 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 ਦੁਖ ਹਰਤਾ ਹਰ ਨਾਮ ਪਛਾਨੋ। ਹਰੀ ਦਾ ਇਹ ਅੰਮ੍ਰਿਤ ਨਾਮ ਹੈ ਜਿਹੜਾ ਸਾਡੇ ਦੁੱਖਾਂ ਦਾ ਨਾਸ਼ ਕਰਨ ਵਾਲਾ, ਸਾਡੇ ਦੁੱਖਾਂ ਨੂੰ ਹਰ ਲੈਣ ਵਾਲਾ ਹੈ। ਅੱਗੇ ਨਾਮ ਦੀ ਮਹਿਮਾ ਦੱਸਦੇ ਕਿ ਵੇਖੋ ਇਸ ਨਾਮ ਦਾ ਪ੍ਰਤਾਪ ਭਾਈ। ਹਾਂਜੀ, ਅਜਾਮਲ ਗਨ ਕਾ ਜਿਹ ਸਿਮਰਤ, ਮੁਕਤ ਭੈ ਜੀ ਜਾਨੋ। ਮਹਾਰਾਜ ਜੀ ਕਹਿੰਦੇ ਅਜਾਮਲ ਕਿੱਡਾ ਪਾਪੀ ਸੀ ਬਈ, ਕਿਤਨਾ ਵੱਡਾ ਗੁਨਾਹਗਾਰ ਸੀ ਅਜਾਮਲ, ਜਿਹੜਾ ਸਾਰੇ ਜਗਤ ਦੇ ਵਿੱਚ ਪਹਿਲਾਂ ਕਿਹਾ ਜਾਂਦਾ ਸੀ ਵੀ ਸ੍ਰੇਸ਼ਟ ਬ੍ਰਾਹਮਣ ਹੈ, ਉੱਤਮ ਬ੍ਰਾਹਮਣ ਹੈ। ਵੇਸ਼ਿਆ ਦੇ ਪ੍ਰੇਮ ਚ ਪਿਆ ਇਹੋ ਜਿਹਾ ਗਲਤ ਹੋਇਆ ਕਿ ਲੋਕ ਉਹਨੂੰ ਪਾਪੀ ਕਹਿਣ ਲੱਗ ਪਏ। ਪਰਮੇਸ਼ਰ ਦਾ ਨਾਮ ਅੰਤਲੇ ਸਮੇਂ ਵਿੱਚ ਉਹਨੂੰ ਸੁਝਿਆ। ਜਦੋਂ ਪੁੱਤਰ ਨੂੰ ਨਾਰਾਇਣ ਕਹਿ ਕੇ ਆਵਾਜ਼ ਮਾਰਦਾ ਸੀ ਤੇ ਇੱਕਦਮ ਸੋਝੀ ਆਈ ਕਿ ਨਾਰਾਇਣ ਤਾਂ ਉਹ ਪਰਮੇਸ਼ਰ ਹੈ। ਜਦੋਂ ਨਾਰਾਇਣ ਦੀ ਸੋਝੀ ਆਈ ਤੇ ਉਹ ਅਜਾਮਲ ਪਾਪੀ ਵੀ ਮੁਕਤ ਹੋ ਗਿਆ, ਉਹਦਾ ਵੀ ਪਾਰ ਉਤਾਰਾ ਹੋ ਗਿਆ। ਫਿਰ ਗਨਕਾ ਪਾਪਣ ਹੋਏ ਕੈ ਪਾਪਾਂ ਦਾ ਗਲਹਾਰ ਪਰੋਤਾ। ਭਾਈ ਗੁਰਦਾਸ ਜੀ ਲਿਖਦੇ ਵੀ ਪਾਪੀ ਹੋ ਕੇ ਨੇ ਸਾਰੀ ਜ਼ਿੰਦਗੀ ਮਾੜੇ ਭੈੜੇ ਕਰਮ ਕੀਤੇ, ਪਾਪਾਂ ਦਾ ਹੀ ਹਾਰ ਗਲ ਚ ਪਰੋਇਆ। ਮੀਂਹ ਲੱਗਾ ਹੋਇਆ ਰਾਤ ਦਾ ਸਮਾਂ, ਅਚਾਨਕ ਅਚਨਚੇਤ ਇੱਕ ਮਹਾਂਪੁਰਸ਼, ਇੱਕ ਮਹਾਤਮਾ ਉਸ ਮੀਂਹ ਤੋਂ ਬਚਣ ਵਾਸਤੇ ਦੇ ਦਰਵਾਜ਼ੇ ਬੂਹੇ ਆ ਖਲੋਤੇ।
ਇਹਨੇ ਵੇਖਿਆ ਤੇ ਆਵਾਜ਼ ਮਾਰੀ, ਸੰਤ ਜੀ ਆ ਜਾਓ। ਹੁਣ ਤਾਂ ਉਹ ਮਹਾਤਮਾ ਹਨ, ਮਹਾਂਪੁਰਸ਼ ਨੇ, ਉਹਨਾਂ ਵਾਸਤੇ ਤਾਂ ਵੇਸ਼ਵਾ ਵੀ ਧੀ ਰੂਪ ਹੈ, ਪੁੱਤਰੀ ਰੂਪ ਹੈ, ਦ੍ਰਿਸ਼ਟੀ ਵਿੱਚ ਮੈਲ ਨਹੀਂ ਹੈ। ਬੈਠੇ ਵੇਖਿਆ ਵੀ ਪਾਪ ਕਰਦੀ ਹੈ, ਇਹਦੇ ਪਾਰ ਉਤਾਰੇ ਵਾਸਤੇ ਸਾਡੀ ਸੰਗਤ ਕੀਤੀ ਹੈ, ਕੁਝ ਤਾਂ ਹੋਵੇ। ਦਇਆ ਕੀਤੀ, ਇੱਕ ਤੋਤਾ ਦਿੱਤਾ, ਉਹਨੇ ਇਹਨੂੰ ਰਾਮ ਰਾਮ ਜਪਣ ਦੀ ਆਦਤ ਸੀ। ਆਖਿਆ ਬੇਟਾ ਇਸ ਨੂੰ ਜਾਪ ਜਪਾਉਣਾ ਰੋਜ਼ ਸਵੇਰੇ ਉੱਠ ਕੇ, ਪਾਪ ਕਰਮ ਛੱਡ ਦੇ ਜੋ ਹੁਣ ਤੂੰ ਕਰਦੀ ਸੀ, ਹੁਣ ਤਾਈਂ ਇਹਦਾ ਤਿਆਗ ਕਰ ਦੇ। ਅੰਮ੍ਰਿਤ ਵੇਲੇ ਉੱਠਦੀ ਹੈ, ਰੋਜ਼ ਉਹਨੂੰ ਨਾਮ ਜਪਾਉਣ ਦੀ ਆਦਤ ਬਣ ਗਈ। ਅਖੀਰ ਜਪਦਿਆਂ ਜਪਦਿਆਂ ਅੰਤਲਾ ਦਿਨ ਆ ਗਿਆ ਤਾਂ ਰਾਮ ਰਾਮ ਕਹਿੰਦਿਆਂ ਇਹ ਵੀ ਮੁਕਤ ਹੋ ਗਏ। ਨਾਮ ਦਾ ਪ੍ਰਤਾਪ। ਪਾਤਸ਼ਾਹ ਕਹਿੰਦੇ ਆਜਾ ਮਲ ਗਨ ਕਾ ਜਿਹੇ ਸਿਮਰਤ, ਜਿਸ ਦਾ ਸਿਮਰਨ ਕਰਕੇ ਅਜਾਮਲ ਤੇ ਗਣਕਾ ਮੁਕਤ ਭਏ ਜੀ ਜਾਨੋ। ਕਹਿੰਦੇ ਮੁਕਤ ਹੋ ਗਏ ਭਾਈ, ਇਹ ਜਾਣ ਲਓ ਤੁਸੀਂ। ਨਾਮ ਦੇ ਪ੍ਰਤਾਪ ਨਾਲ ਮੁਕਤ ਹੋਏ, ਨਾਮ ਦੀ ਮਹਿਮਾ ਨਾਲੇ ਮੁਕਤ ਹੋ ਗਏ। ਰਹਾਉ ਗਜ ਕੀ ਤਰਾਸ ਮਿੱਟੀ ਛਿਨਹੂ ਮਹਿ, ਜਬ ਹੀ ਰਾਮ ਬਖਾਨੋ। ਕਹਿੰਦੇ ਗਜ ਹਾਥੀ ਜਿਹਨੂੰ ਤੰਦੂਏ ਨੇ ਗਰਸਿਆ ਹੋਇਆ, ਜਦੋਂ ਸਾਰੇ ਸਾਥ ਛੱਡ ਗਏ, ਇਹਨੂੰ ਰਾਮ ਨੂੰ ਪਰਮੇਸ਼ਰ ਨੂੰ ਯਾਦ ਕੀਤਾ ਤੇ ਕਹਿੰਦੇ ਭਗਵਾਨ ਜੀ ਪ੍ਰਗਟ ਹੋਏ, ਸੁਦਰਸ਼ਨ ਚੱਕਰ ਨਾਲ ਤੰਦੂਏ ਦੀਆਂ ਤੰਦਾਂ ਕੱਟੀਆਂ ਤੇ ਗਜ ਨੂੰ ਮੁਕਤ ਕਰ ਦਿੱਤਾ। ਉਹਨੇ ਜਦੋਂ ਕਿਹਾ ਨਾ ਰਾਮ, ਪਰਮੇਸ਼ਰ ਨੂੰ ਕਹਿ ਕੇ ਅਰਾਧਿਆ, ਤੇ ਰਾਮ ਦਾ ਭਜਨ ਕਰਦਿਆਂ ਉਹ ਗਜ ਦਾ ਜਿਹੜਾ ਤਰਾਸ ਸੀ, ਡਰ ਸੀ, ਉਹ ਵੀ ਮੁਕਤ ਹੋ ਗਿਆ। ਨਾਰਦ ਕਹਿਤ ਸੁੰਦ ਧਰੂ ਬਾਰਕ, ਭਜਨ ਮਹਿ ਲਪਟਾਨੋ। ਕਹਿੰਦੇ ਭਗਤ ਨਾਰਦ ਜੀ ਨੇ ਧਰੂ ਭਗਤ ਜੀ ਨੂੰ ਉਪਦੇਸ਼ ਦਿੱਤਾ ਵੀ ਨਾਮ ਜਪ। ਤੇ ਧਰੂ ਜੀ ਨੇ ਜੋ ਬਾਲਕ ਅਵਸਥਾ ਵਿੱਚ ਸਨ, ਪਰਮੇਸ਼ਰ ਦਾ ਭਜਨ ਕੀਤਾ ਤੇ ਉਹ ਵੀ ਮੁਕਤ ਹੋ ਗਏ। ਉਹ ਵੀ ਪਰਮੇਸ਼ਰ ਦੇ ਭਜਨ 'ਚ ਜਦੋਂ ਲਪਟ ਹੋਏ ਤੇ ਮਹਾਪੁਰਸ਼ ਹੋ ਗਏ, ਭਗਤ ਹੋ ਗਏ। ਧਰੂ ਜੀ ਨੂੰ ਉਪਦੇਸ਼ ਦਿੱਤਾ ਸੀ ਨਾਰਦ ਜੀ ਨੇ। ਨਾਰਦ ਮੁਨੇ ਉਪਦੇਸਿਆ, ਨਾਮ ਨਿਧਾਨ ਅਮਿਓ ਰਸ ਪੀਤਾ। ਨਾਮ ਰਸ ਪੀਤਾ, ਪਰਮੇਸ਼ਰ ਦਾ ਭਜਨ ਕੀਤਾ ਧਰੂ ਜੀ ਨੇ, ਔਰ ਉਹ ਵੀ ਪਰਮੇਸ਼ਰ ਦੀ ਭਗਤੀ ਦੇ ਰੰਗ ਵਿੱਚ ਰੰਗੇ ਗਏ। ਸਿਆਲੇ ਅਮਰ ਨਿਰਭੈ ਪਦ ਪਾਇਓ, ਜਗਤ ਜਾਏ ਹੈਰਾਨੋ। ਕਹਿੰਦੇ ਆ ਚੱਲ ਤੇ ਅਮਰ ਪਦਵੀ ਨੂੰ ਪ੍ਰਾਪਤ ਹੋ ਗਏ, ਨਿਰਭੈ ਪਦਵੀ ਨੂੰ ਪ੍ਰਾਪਤ ਹੋ ਗਏ ਮਹਾਰਾਜ ਧਰੂ ਜੀ, ਜਿਨ੍ਹਾਂ ਨੂੰ ਵੇਖ ਕੇ ਸਾਰਾ ਜਗਤ ਹੈਰਾਨ ਹੋ ਗਿਆ ਕਿ 5 ਸਾਲ ਦਾ ਇਹ ਬਾਲਕ ਇੰਨੀ ਭਗਤੀ ਕਰ ਰਿਹਾ, ਏਡੇ ਵੱਡੇ ਉੱਚੇ ਰੁਤਬੇ ਤੇ ਪਹੁੰਚ ਗਿਆ। ਚੱਲ ਅਮਰ ਪਦਵੀ ਭਗਤ ਧਰੂ ਜੀ ਮਹਾਰਾਜ ਜੀ ਨੇ ਪ੍ਰਾਪਤ ਕਰ ਲਈ ਹੈ। ਤੇ ਜਿਸ ਪਦਵੀ ਨੂੰ ਪ੍ਰਾਪਤ ਕਰਕੇ ਇਹ ਅਚਲ ਧਰੂ ਪਦਵੀ ਨੂੰ ਪ੍ਰਾਪਤ ਹੋ ਗਏ ਨੇ, ਵੇਖ ਕੇ ਸਾਰਾ ਜਗਤ ਹੈਰਾਨ ਹੈ। ਇਹ ਨਾਮ ਦਾ ਪ੍ਰਤਾਪ ਹੈ। ਧਰੂ ਜੀ ਜੇ ਅਚਲ ਅਮਰ ਪਦਵੀ ਤੇ ਨਿਰਭੈ ਪਦਵੀ ਨੂੰ ਪ੍ਰਾਪਤ ਹੋਏ ਹੈ, ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਕਹਿੰਦੇ ਨਾਮ ਦੀ ਬਰਕਤ ਹੈ, ਇਹ ਨਾਮ ਦੀ ਕਮਾਈ ਹੈ। ਬਿਨਾਂ ਪਰਮੇਸ਼ਰ ਦੇ ਭਜਨ ਤੋਂ, ਬਿਨਾਂ ਪਰਮੇਸ਼ਰ ਦੇ ਨਾਮ ਦੀ ਸਾਧਨਾ ਤੋਂ ਇਸ ਅਚਲ ਅਮਰ ਪਦਵੀ ਦੀ ਪ੍ਰਾਪਤੀ ਨਹੀਂ ਹੁੰਦੀ। ਇਹ ਨਾਮ ਦਾ ਪ੍ਰਤਾਪ ਹੈ, ਨਾਮ ਦੀ ਮਹਿਮਾ ਹੈ। ਹਾਂਜੀ, ਨਾਨਕ ਕਹਿਤ ਭਗਤ ਰਸਕ ਹਰ, ਨਿਕਟਤਾ ਹੈ ਤੂੰ ਮਾਨੋ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਜਿਹੜੇ ਪਰਮੇਸ਼ਰ ਦੇ ਭਗਤ ਨੇ ਨਾ, ਉਹ ਪਰਮੇਸ਼ਰ ਦੇ ਨਾਮ ਦਾ ਰਸ ਲੈਂਦੇ ਆ। ਉਹ ਨਾਮ ਜਪਦੇ ਆ ਤੇ ਨਾਮ ਦਾ ਰਸ ਲੈਂਦੇ ਆ। ਕਹਿੰਦੇ ਜਿਸ ਦੀ ਭਗਤੀ ਦੇ ਨਾਮ ਦੇ ਰਸ ਵਿੱਚ ਉਹਦੇ ਭਗਤ ਟਿਕੇ ਹੋਏ ਨੇ, ਨਿਕਟ ਤਾਹੇ ਤੁਮ ਮਾਨੋ। ਹੇ ਮਨੁੱਖ, ਹੇ ਪ੍ਰਾਣੀ, ਹੇ ਜੀਵ, ਉਸ ਵਾਹਿਗੁਰੂ ਨੂੰ
ਤੂੰ ਆਪਣੇ ਨੇੜੇ ਕਰਕੇ ਮੰਨ ਤੇ ਜਾਣ ਵੀ ਉਹ ਤੇਰੇ ਨਾਲ ਰਹਿੰਦਾ ਹੈ ਤੇ ਤੇਰੇ ਨਾਲ ਵਸਦਾ ਹੈ ਤੇ ਤੇਰੇ ਹਰ ਕਰਮ ਨੂੰ ਵੇਖਦਾ ਹੈ। ਉਹਨੂੰ ਆਪਣੇ ਨੇੜੇ ਵੇਖ, ਉਹਨੂੰ ਦੂਰ ਨਾ ਜਾਣ। ਨੇੜੇ ਹੈ, ਤੇਰੇ ਕੋਲ ਹੈ। ਜਿਹਦੇ ਰਸ ਵਿੱਚ ਪਰਮੇਸ਼ਰ ਦੇ ਭਗਤ ਟਿਕੇ ਹੋਏ ਨੇ, ਉਹਦਾ ਨਾਮ ਸਰਬ ਸ਼੍ਰੋਮਣੀ ਹੈ। ਉਸ ਦੇ ਨਾਮ ਦੇ ਜਪਿਆਂ ਹੀ ਸਾਰੇ ਦੁੱਖ ਦੂਰ ਹੁੰਦੇ ਆ, ਪਾਪ ਕਰਮ ਦੂਰ ਹੁੰਦੇ। ਮਾੜੇ ਭੈੜੇ ਪਾਪ ਕਰਮ ਸੰਸਾਰ ਵਿੱਚ ਵੱਧ ਰਹੇ ਨੇ, ਅਨੇਕਾਂ ਹੀ ਪਾਪ ਕਰਮ। ਕਲੀ ਕਾਲ ਦਾ ਭਿਆਨਕ ਸਮਾਂ ਹੈ। ਕਿਸੇ ਪੁੱਛਿਆ, ਆਖੇ ਜੀ ਸੰਸਾਰ 'ਚ ਪਾਪ ਕਿੰਨੇ ਹੋ ਰਹੇ ਨੇ? ਐਸਾ ਕਿਹਾ ਜਾਂਦਾ ਧਰਮ ਸ਼ਾਸਤਰਾਂ ਵਿੱਚ ਵੀ ਜਦੋਂ ਪਾਪ ਵੱਧਦੇ ਨੇ ਉਦੋਂ ਪਰਮੇਸ਼ਰ ਆਉਂਦਾ ਸੰਸਾਰ 'ਚ, ਕਿ ਜਦੋਂ ਪਾਪ ਵੱਧਦੇ ਹੈ ਉਦੋਂ ਪਰਮੇਸ਼ਰ ਆਉਂਦਾ, ਭਗਵਾਨ ਆਉਂਦਾ ਧਰਤੀ ਤੇ ਉਸ ਮਹਾਤਮਾ ਨੇ ਜਵਾਬ ਦਿੱਤਾ, ਕਹਿਣ ਲੱਗੇ ਪਾਪ ਹੋਣ ਫਿਰ ਪ੍ਰਮਾਤਮਾ ਨਹੀਂ ਆਉਂਦਾ, ਜਾਂ ਫਿਰ ਪੁੰਨ ਹੋਣ ਫਿਰ ਵੀ ਪ੍ਰਮਾਤਮਾ ਨਹੀਂ ਆਉਂਦਾ। ਕਹਿੰਦੇ ਪਾਪ ਹੋਣ ਪਰਮੇਸ਼ਰ ਭਗਵਾਨ ਨਹੀਂ ਆਉਂਦਾ। ਕਹਿੰਦੇ ਕੋਈ ਚੰਗਾ ਬਾਪ ਤੇ ਮਾਂ ਹੋਵੇ ਫਿਰ ਉਹਦੇ ਘਰ ਭਗਵਾਨ ਆਉਂਦਾ। ਕੋਈ ਦਸ਼ਰਥ ਹੋਵੇਗਾ, ਕੋਈ ਵਾਸਦੇਵ ਤੇ ਦੇਵਕੀ ਹੋਵੇਗੀ, ਤਦੇ ਹੀ ਉਹਦੇ ਘਰ ਭਗਵਾਨ ਆਵੇਗਾ ਨਾ। ਦਰਅਸਲ ਮਾਂ ਬਾਪ ਹੀ ਵੈਸੇ ਨਹੀਂ ਰਹੇ ਕਿ ਤਿਨਾਂ ਦੇ ਘਰ ਭਗਵਾਨ ਆ ਸਕੇ। ਯਾਨੀ ਕਿ ਸੰਤਾਨ ਸਹੀ ਤਦੇ ਹੋਵੇਗੀ ਜੇ ਮਾਂ ਬਾਪ ਪਰਮੇਸ਼ਰ ਦੇ ਭਜਨ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਉੱਤਮ ਪਦਵੀ ਨੂੰ ਪ੍ਰਾਪਤ ਹੋ ਜਾਣ। ਫਿਰ ਤਾਂ ਘਰ ਘਰ ਹੀ ਭਗਵਾਨ ਜਨਮੇਗਾ। ਨਹੀਂ ਤਾਂ ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿੰਨਾ ਦਾ ਸਿਕਦਾਰ। ਜਿੰਨ ਭੂਤ ਤਾਂ ਪੈਦਾ ਹੁੰਦੇ ਹੀ ਰਹਿਣਗੇ। ਜੇ ਪਰਮੇਸ਼ਰ ਦੇ ਭਜਨ ਦੇ ਰੰਗ ਵਿੱਚ ਰੰਗੇ ਹੋਏ ਹਾਂ ਤੇ ਫਿਰ ਉਹਨਾਂ ਘਰਾਂ ਵਿੱਚ ਦੇਵਤੇ ਆਉਂਦੇ ਹੈ। ਉਹਨਾਂ ਘਰਾਂ ਵਿੱਚ ਸੂਰਵੀਰ, ਦਾਨੀ, ਦਾਤੇ, ਮਹਾਂਪੁਰਸ਼ ਜਨਮ ਲੈਂਦੇ ਹੈ। ਗੁਰੂ ਸਾਹਿਬ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਔਰ ਸੁਣਿਆ ਸਾਹਿਬ ਜੀ ਥਾਂ ਪਾ ਲੈਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਧ ਸੰਗਤ ਜੀ ਬੇਨਤੀ ਹੈ, 4 ਔਰ 5 ਫਰਵਰੀ ਸ਼ੁੱਕਰਵਾਰ ਤੇ ਸ਼ਨੀਵਾਰ ਬਸੰਤ ਪੰਚਮੀ ਦੇ ਜੋੜ ਮੇਲੇ ਆ ਰਹੇ ਹਨ। 5 ਫਰਵਰੀ ਦੀ ਬਸੰਤ ਪੰਚਮੀ ਹੈ, ਜਿਸ ਦੇ ਸਬੰਧ ਵਿੱਚ 3 ਤਰੀਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ, ਜਿਨ੍ਹਾਂ ਦੀ ਸਮਾਪਤੀ 5 ਫਰਵਰੀ ਨੂੰ ਹੋਵੇਗੀ। 4 ਫਰਵਰੀ ਨੂੰ ਸ਼ਾਮ ਨੂੰ 5 ਵਜੇ ਤੋਂ ਦੀਵਾਨ ਪ੍ਰਾਰੰਭ ਹੋ ਜਾਣਗੇ। ਰਾਤ ਦੇ 11 ਵਜੇ ਤੱਕ ਕਵੀ ਦਰਬਾਰ ਹੋਣਗੇ। ਸਾਰੀ ਰਾਤ ਹੀ ਹਰੀ ਜਸ ਹੋਵੇਗਾ ਔਰ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਹਾਜ਼ਰੀ ਭਾਈ ਰਣਧੀਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਰਨਗੇ। 5 ਤਰੀਕ ਨੂੰ ਸਾਰਾ ਦਿਨ ਦੀਵਾਨ ਸਜਣਗੇ ਔਰ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਬਸੰਤ ਦਰਬਾਰ ਹੋਣਗੇ। ਬਸੰਤ ਰਾਗ ਦਰਬਾਰ, ਜਿਹਦੇ ਵਿੱਚ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਹਾਜ਼ਰੀਆਂ ਭਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਇਹਨਾਂ ਜੋੜ ਮੇਲਿਆਂ ਵਿੱਚ ਹਾਜ਼ਰੀਆਂ ਭਰ ਕੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਗਰੀਬ ਨਵਾਜ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ 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 ਵਾਹਿਗੁਰੂ। ਦੁਖ ਹਰਤਾ ਹਰ ਨਾਮ ਪਛਾਨੋ, 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 ਦੁਖ ਹਰਤਾ ਹਰ ਨਾਮ ਪਛਾਨੋ,
ਦੁਖ ਹਰਤਾ ਹਰ ਨਾਮ ਪਛਾਨੋ। ਦੁਖ ਹਰਤਾ ਹਰ ਨਾਮ ਪਛਾਨੋ। ਦੁਖ ਹਰਤਾ ਹਰ ਨਾਮ ਪਛਾਨੋ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਜੀ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।